ਇਹ ਜਾਨਵਰਾਂ ਦੇ ਚਾਰੇ ਵਾਸਤੇ ਬਿਹਤਰੀਨ ਚਾਰਾ ਯਾਨੀ ठीक है जी। ਇਹਦੇ ਚ ਕੰਡ ਕੋਈ ਨਹੀਂ ਗੀ ਚਰੀ ਤਰ੍ਹਾਂ ਮਿੱਠਾ ਵੀ ਹੈ ਤੇ 6 ਤੋਂ 7 ਲੋ ਅਲਹਮਦੁਲਿਲਾ ਸਾਲ ਦੇ ਵਿੱਚ ਦਿੰਦਾ ਹੈ ਜੀ। ठीक है। ਤੇ ਦੂਸਰਾ ਅਲਹਮਦੁਲਿਲਾ ਇਹਦਾ 18 ਤੋਂ 20 ਫੁੱਟ ਕੱਦ ਹੁੰਦਾ। ਹੁਣ ਇਨਸ਼ਾਅੱਲਾ ਇਹ ਕੋਈ 10 ਮਰਲੇ ਲਾਇਆ। ठीक है। ਇਨਸ਼ਾਅੱਲਾ 3 ਏਕੜ ਲਾਵਾਂਗੇ, ਅੱਲਾ ਖੈਰ ਰੱਖੇ। ਸਰ ਜੀ 18 ਤੋਂ 20% ਦੇ ਵਿੱਚ ਪ੍ਰੋਟੀਨ ਹੈ ठीक है। ਤੇ ਮੁਕੰਮਲ ਗਜ਼ਾਈਅਤ ਹੈ ਵੀ, ਯਾਨੀ ਇਹਦਾ ਵੀ ਸਾਈਲੇਜ ਬਣ ਜਾਂਦਾ, ਯਾਨੀ ठीक है। ਬਿਹਤਰੀਨ ਸਾਈਲੇਜ ਤੇ ਮੱਕੀ ਦਾ, ਲੇਕਿਨ ਉਹ ਮੱਕੀ ਤੇ ਕਾਸਟ ਬਹੁਤ ਜ਼ਿਆਦਾ ਪੈ ਜਾਂਦੀ ਹੈ। ਅਸੀਂ ਇਸ ਕਰਕੇ ਇਹਨੂੰ ਮਿਕਸ ਕਰਕੇ ਇਹਦਾ ਸਾਈਲੇਜ ਬਣਾਵਾਂਗੇ ਇਨਸ਼ਾਅੱਲਾ। ਵੱਢਣਾ ਵੀ ਈਜ਼ੀ ਹੈ। सही है। ਵੀ ਜਿੱਥੇ ਉਹ ਬੰਦੇ ਨੇ ਰੇੜ ਕੇ ਵੱਢਣਾ ਤੇ ਬੰਦਾ ਖਲੋ ਕੇ। ਸਰ ਜੀ ਖਾਦਾਂ ਤੇ ਸਪਰੇਵਾਂ ਇੰਨੀਆਂ ਮਹਿੰਗੀਆਂ ਹੋ ਗਈਆਂ ਕਿ ਅਸੀਂ ਹਰ ਫਸਲ ਨੂੰ ਚੁੱਕ ਕੇ ਖਾਦਾਂ, ਉਹ ਤੇ ਪਾਣੀ, ਡੀਜ਼ਲ ਮਹਿੰਗਾ ਹੋ ਗਿਆ, ਹਰ ਸ਼ੈ ਦੇ ਖਰਚੇ ਵੱਧ ਗਏ ਯਾਨੀ। ਤੇ ਅਸੀਂ ਜਾਨਵਰਾਂ ਦੇ ਚਾਰੇ ਜਿਹੜੇ ਨਾ ਸਾਨੂੰ ਬਹੁਤ ਮਹਿੰਗੇ ਪੈਂਦੇ ਆ। ਉਹਨਾਂ ਦੇ ਮੁਤਬਦਲ ਇਹ ਹੈ ਵੀ ਨੇਪਰ ਗਰਾਸ ਇੱਕ ਐਸਾ ਚਾਰਾ ਹੈ ਜਿਹਨੂੰ ਅਸੀਂ ਮਤਲਬ ਥੋੜ੍ਹਾ ਜਿਹਾ ਖਰਚਾ ਕਰਕੇ ਇਹਦੀ ਮਤਲਬ ਵਜ਼ਨ ਵੀ ਕਾਫੀ ਹੈ ਤੇ ਜਾਨਵਰਾਂ ਦੇ ਵਾਸਤੇ, ਫਾਰਮ ਵਾਸਤੇ ਯਾਨੀ ਅਲਹਮਦੁਲਿਲਾ ਬਿਹਤਰੀਨ ਹੈ ਯਾਨੀ ਇਹ ਚਾਰਾ। ਸਲਾਮ ਵਾਲੇकुम जी। ਵਾਲੇकुम सलाम जी। ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ? ਅਲਹਮਦੁਲਿਲਾ ਜੀ, ਅਲਹਮਦੁਲਿਲਾ। ਅੱਛਾ ਜੀ, ਸਭ ਤੋਂ ਪਹਿਲੇ ਆਪਣਾ ਤਾਰਫ ਕਰਵਾਓ ਸਾਡੇ ਦੋਸਤਾਂ ਨੂੰ। ਮੁਹੰਮਦ ਅਸ਼ਰਫ 26 11 ਅਸ਼ਰਫ ਭਾਈ, ਸਾਨੂੰ ਤੁਸੀਂ ਸਭ ਤੋਂ ਪਹਿਲੇ ਇਹ ਦੱਸੋ, ਤਰਤੀਬ ਵਾਈਜ਼ ਦੱਸੋ ਕਿ ਇਹ ਮਸਲਨ ਇਹਦੀ ਪਨੀਰੀ ਜਿਹੜਾ ਕਿੱਥੋਂ ਮਿਲਦੀ ਹੈ, ਕਿ ਤੁਸੀਂ ਕਿੱਥੋਂ ਖਰੀਦੀ ਇਹਦੀ ਪਨੀਰੀ? ਸਰ ਜੀ ਇਹ ਤਾਂ ਅਸੀਂ ਇੱਕ ਦੋਸਤ ਕੋਲੋਂ ਨਾ ਚੰਦ ਇੱਕ ਕਲਮਾਂ ਲਿਆ ਕੇ ਯਾਨੀ ਕਾਸਟ ਕੀਤੀਆਂ ਸੀ। ਬਾਕੀ ਨੈਟ ਤੋਂ ਅੱਗੇ ਪਿੱਛੋਂ ਯਾਨੀ ਨਾ ਨੇਪਰ ਗਰਾਸ ਦਾ ਨਾਂ ਇਹਦਾ ਕਰਕੇ ਯਾਨੀ ਮਿਲ ਜਾਂਦੀ, ਯਾਨੀ ਠੀਕ ਹੈ, ਜਿਵੇਂ ਕਾਸਟ ਮਿਲਦੀ ਯਾਨੀ। ਤੇ ਹੁਣ ਇਨਸ਼ਾਅੱਲਾ ਇਹ ਕੋਈ 10 ਮਰਲੇ ਲਾਇਆ। ਠੀਕ ਹੈ। ਇਨਸ਼ਾਅੱਲਾ 3 ਏਕੜ ਲਾਵਾਂਗੇ, ਅੱਲਾ ਖੈਰ ਰੱਖੇ। ਅੱਛਾ, ਇਹ ਤੁਸੀਂ 10 ਮਰਲੇ ਜਿਹੜਾ ਤੁਸੀਂ ਲਗਾਇਆ ਸੀ, ਜੀ ਇਹ ਕਿਸ ਮੌਸਮ 'ਚ ਲਗਾਇਆ ਸੀ? ਇਹ ਸਰ ਜੀ ਜਿਹੜੀ ਪਿਛਲੀ ਮੱਕੀ ਗਈ ਹੈ ਉਹਦੇ ਨਾਲ ਲਾਇਆ ਸੀ ਇਨਸ਼ਾਅੱਲਾ, ਤਕਰੀਬਨ ਅੱਜ ਤੋਂ 2 ਮਹੀਨੇ ਪਹਿਲੇ। 2 ਮਹੀਨੇ ਪਹਿਲੇ ਲਗਾਇਆ ਸੀ। ਜੀ ਅੱਛਾ, ਤੁਸੀਂ ਇਹ ਕਲਮਾਂ ਦੀ ਸੂਰਤ ਦੇ ਵਿੱਚ ਜਿਹੜਾ ਲਗਾਇਆ ਸੀ, ਤੇ ਟੋਟਲ ਜਿਹੜਾ ਕਿੰਨੀ ਕੁ ਤੁਹਾਨੂੰ ਜਿਹੜਾ ਪਨੀਰੀ ਦੀ ਜ਼ਰੂਰਤ ਪਈ 10 ਮਰਲੇ ਵਾਸਤੇ? ਇੱਕ ਪੰਡ ਜਿਹਨੂੰ ਕਹਿੰਦੇ ਜੀ ਪੰਜਾਬੀ ਦੇ ਵਿੱਚ। ਠੀਕ ਹੈ। ਇੱਕ ਪੰਡ ਨਾਲ ਸਾਡਾ ਅਲਹਮਦੁਲਿਲਾ ਇਹ 10 ਮਰਲੇ ਲੱਗ ਗਿਆ ਸੀ। ਭਾਈ ਸਾਨੂੰ ਤੁਸੀਂ ਇਹ ਦੱਸੋ ਕਿ ਇਹ ਨੇਪਰ ਗਰਾਸ ਜਿਹੜੀ ਹੈ, ਇਹ ਜਾਨਵਰਾਂ ਵਾਸਤੇ ਕੀ ਮਤਲਬ ਇਹਦੀ ਅਫਾਦੀਅਤ ਹੈ? ਸੈਲੇਜ ਤੋਂ ਬਿਹਤਰ ਹੈ ਜਾਂ ਸੈਲੇਜ ਤੋਂ ਦੂਸਰੇ ਨੰਬਰ ਤੇ ਇਹ? ਸਰ ਜੀ 18 ਤੋਂ 20% ਦੇ ਵਿੱਚ ਪ੍ਰੋਟੀਨ ਹੈ ਠੀਕ ਹੈ। ਤੇ ਮੁਕੰਮਲ ਗਜ਼ਾਈਅਤ ਹੈ ਵੀ, ਯਾਨੀ ਇਹਦਾ ਵੀ ਸਾਈਲੇਜ ਬਣ ਜਾਂਦਾ, ਯਾਨੀ ਠੀਕ ਹੈ। ਬਿਹਤਰੀਨ ਸਾਈਲੇਜ ਤੇ ਮੱਕੀ ਦਾ, ਲੇਕਿਨ ਉਹ ਮੱਕੀ ਤੇ ਕਾਸਟ ਬਹੁਤ ਜ਼ਿਆਦਾ ਪੈ ਜਾਂਦੀ ਹੈ। ਅਸੀਂ ਇਸ ਕਰਕੇ ਇਹਨੂੰ ਮਿਕਸ ਕਰਕੇ ਇਹਦਾ ਸਾਈਲੇਜ ਬਣਾਵਾਂਗੇ ਇਨਸ਼ਾਅੱਲਾ। ਕੁਛ ਵਿੱਚ ਮੱਕੀ ਐਡ ਕਰ ਦਾਂਗੇ, ਕੁਛ ਵਿੱਚ ਇਹ ਐਡ ਕਰ ਦਾਂਗੇ ਇਨਸ਼ਾਅੱਲਾ। ਅਗਰ ਕੋਈ ਬੰਦਾ ਮਸਲਨ ਨੇਪਰ ਗਰਾਸ ਲਗਾਉਣਾ ਚਾਹੁੰਦਾ ਤੇ ਉਹਦਾ ਕਿੰਨਾ ਕੁ ਖਰਚਾ ਹੋ ਜਾਏਗਾ? ਤੁਸੀਂ ਮਸਲਨ 10 ਮਰਲੇ 'ਚ ਲਗਾਇਆ ਵਾ, ਕਿੰਨਾ ਕੁ ਖਰਚਾ ਹੋ ਗਿਆ ਤੁਹਾਡਾ ਸ਼ੁਰੂ ਤੋਂ ਲੈ ਕੇ ਹੁਣ ਤੱਕ? ਸਰ ਜੀ ਕੋਈ ਖਰਚਾ ਨਹੀਂ, ਮਤਲਬ ਜ਼ਿਆਦਾ ਹੀ ਟੋਟੀਆਂ ਸੀ ਉਹ ਲਾ ਦਿੱਤੀਆਂ ਤੇ ਪਾਣੀ ਵਗੈਰਾ ਇਹਨੂੰ 7 8 10 ਦਿਨ ਬਾਅਦ ਪਾਣੀ ਲਾ ਦਿੱਤਾ ਯਾਨੀ। ਠੀਕ ਹੈ। ਤੇ ਕੋਈ ਖਾਦ ਵਗੈਰਾ ਯੂਰੀਆ ਦੀ 1 ਬੋਰੀ ਲੱਗ ਗਈ ਤਕਰੀਬਨ ਇਹਨੂੰ। ਹੁਣ ਤੁਸੀਂ ਇਹ 10 ਮਰਲੇ ਜਿਹੜਾ ਲਗਾਇਆ ਹੈ, ਇਹਦੀ ਹਾਈਟ ਵੀ ਮਾਸ਼ਾਅੱਲਾ ਠੀਕ ਹੈ। ਜੀ ਜੀ। ਇਹ ਹੁਣ ਤੁਸੀਂ ਕਦੋਂ ਕਿ ਇਹਨੂੰ ਜਿਹੜਾ ਕੱਟਣਾ ਹੈ? ਸਰ ਜੀ ਫਰਵਰੀ ਦੇ ਵਿੱਚ ਅਸੀਂ ਇਹਨੂੰ ਲਾਵਾਂਗੇ ਇਨਸ਼ਾਅੱਲਾ, ਬਰਸੀਨ ਦੇ ਵਿੱਚ। ਫਰਵਰੀ 'ਚ ਤੁਸੀਂ ਕੱਟ ਕੇ ਤੇ ਇਹਨੂੰ ਬਰਸੀਨ ਦੇ ਵਿੱਚ 3 ਏਕੜ ਲਾ ਦਾਂਗੇ ਇਨਸ਼ਾਅੱਲਾ ਜੀ। ਅਸ਼ਰਫ ਭਾਈ, ਸਾਨੂੰ ਤੁਸੀਂ ਇਹ ਦੱਸੋ ਕਿ ਇਹ ਆਮ ਰੂਟੀਨ ਦੇ ਵਿੱਚ ਯਾਨੀ ਲੋਕਾਂ ਦੇ, ਔਰ ਖਾਸ ਤੌਰ ਤੇ ਜਿਹੜੇ ਸਾਡੇ ਮਸਲਨ ਫਾਰਮਰ ਹੈ, ਉਹ ਇਹਨੂੰ ਜ਼ਿਆਦਾ ਕਾਸ਼ਤ ਨਹੀਂ ਕਰਦੇ ਜੀ। ਠੀਕ ਹੈ। ਤੁਸੀਂ ਜਿਹੜਾ ਨਾ ਕਿੱਥੋਂ ਤੁਹਾਨੂੰ ਆਈਡੀਆ ਆਇਆ ਕਿ ਤੁਸੀਂ ਜਿਹੜਾ ਇਹਨੂੰ ਕਾਸ਼ਤ ਕਰਨ ਦਾ ਸੋਚਿਆ? ਸਰ ਜੀ ਅਸੀਂ ਜਿਹੜੇ ਰਵਾਇਤੀ ਚਾਰੇ ਯਾਨੀ ਚਰੀ ਵਗੈਰਾ ਹੋ ਗਈ, ਬਾਜਰਾ ਵਗੈਰਾ ਹੋ ਗਿਆ, ਉਹ ਇਸਤੇਮਾਲ ਕਰਕੇ ਜਾਨਵਰ ਵੀ ਸਾਡੇ ਵੀਕ ਹੋ ਜਾਂਦੇ ਸੀ ਤੇ ਸਾਨੂੰ ਪੱਠੇ ਦੀ ਕਮੀ ਰਹਿੰਦੀ ਸੀ, ਸ਼ਾਰਟੇਜ ਰਹਿੰਦੀ ਸੀ, ਪੱਠਾ ਪੂਰਾ ਨਹੀਂ ਸੀ ਹੁੰਦਾ। ਉਹਦਾ ਮੁਤਬਦਲ ਇਹ ਹੈ ਇਨਸ਼ਾਅੱਲਾ, ਅਸੀਂ ਇਹਨੂੰ ਵੈਸੇ ਵੀ ਵੱਢ ਕੇ ਪਾਇਆ ਕਰਾਂਗੇ ਇਨਸ਼ਾਅੱਲਾ ਜਾਨਵਰਾਂ ਵਾਸਤੇ, ਸਹੀ ਤੇ ਹੈ। ਇਹਦਾ ਇਨਸ਼ਾਅੱਲਾ ਸੈਲੇਜ ਵੀ ਬਣਾਵਾਂਗੇ ਇਨਸ਼ਾਅੱਲਾ। ਠੀਕ ਹੋ ਗਿਆ। ਅੱਛਾ, ਆਮ ਤੌਰ ਤੇ ਤਾਂ ਦੇਖਿਆ ਇਹ ਗਿਆ ਕਿ ਜਿਹੜਾ ਮੱਕੀ ਦਾ ਸੈਲੇਜ ਲੋਕ ਬਣਾਉਂਦੇ ਆ, ਜੀ ਤੁਸੀਂ ਨੇਪਰ ਗਰਾਸ ਦਾ ਸੈਲੇਜ ਬਣਾਓਗੇ, ਇਹ ਦੋਨੇ ਜਿਹੜਾ ਮਤਲਬ ਨੇਪਰ ਗਰਾਸ ਦਾ ਜਿਹੜਾ ਸੈਲੇਜ ਆ, ਮੱਕੀ ਵਾਲੇ ਸੈਲੇਜ ਦਾ ਮੁਕਾਬਲਾ ਕਰੇਗਾ? ਸਰ ਜੀ ਮੁਕਾਬਲਾ ਤਾਂ ਨਹੀਂ, ਲੇਕਿਨ ਜਾਨਵਰਾਂ ਦੀ ਪੇਟ ਭਰਾਈ ਵਾਸਤੇ ਉਹਦੇ ਵਿੱਚ ਵੀ ਪ੍ਰੋਟੀਨ ਇਨਸ਼ਾਅੱਲਾ ਅਲਹਮਦੁਲਿਲਾ ਸੇਮ ਹੀ ਹੈ, ਮੱਕੀ ਦੇ ਬਰਾਬਰ ਹੀ ਯਾਨੀ। ਠੀਕ ਹੈ। ਤੇ ਜਿਹੜੇ ਕਾਟੂ ਜਾਨਵਰ ਹੈ ਜਾਂ ਜਿਹੜੇ ਦੂਸਰੇ ਜਾਨਵਰ ਹੈ, ਉਹਨਾਂ ਨੂੰ ਤੂੜੀ ਦੇ ਮੁਤਬਦਲੇ ਬੈਸਟ ਹੈ ਯਾਨੀ ਅਲਹਮਦੁਲਿਲਾ 2500 ਮਣ ਨਿਕਲਦਾ ਹੈ। ਅਗਰ ਮੱਕੀ ਕਿੱਲਾ ਹੈ ਤੇ ਮੱਕੀ 400 ਮਣ ਨਿਕਲ ਜਾਂਦੀ, 500 ਮਣ, ਤੇ ਅਲਹਮਦੁਲਿਲਾ 2500 3000 ਮਣ ਕਿੱਲੇ ਦਾ ਸੈਲੇਜ ਇਹਦਾ ਬਣ ਜਾਂਦਾ। ਨੇਪਰ ਗਰਾਸ ਦਾ ਸੈਲੇਜ ਬਣਾਈਏ ਤੇ 2500 ਮਣ 3000 ਮਣ ਇਹਦਾ ਅਲਹਮਦੁਲਿਲਾ ਜੀ ਹੋ ਜਾਂਦਾ। ਮਾਸ਼ਾਅੱਲਾ ਜੀ, ਮਾਸ਼ਾਅੱਲਾ। ਅੱਛਾ, ਇਹ ਹੁਣ ਜਾਨਵਰਾਂ ਵਾਸਤੇ ਜਿਹੜੇ ਖਾਸ ਤੌਰ ਤੇ ਦੁੱਧ ਵਾਲੇ ਜਾਨਵਰ ਆ, ਨੇਪਰ ਗਰਾਸ ਦੁੱਧ ਵਾਲੇ ਜਾਨਵਰਾਂ ਵਾਸਤੇ ਵੀ ਬਿਹਤਰੀਨ ਚਾਰਾ, ਨੁਕਸਾਨ ਤਾਂ ਨਹੀਂ ਹੁੰਦਾ? ਬਿਹਤਰੀਨ ਚਾਰਾ, ਕੋਈ ਨੁਕਸਾਨ ਨਹੀਂ ਦਾ ਜੀ ਅਲਹਮਦੁਲਿਲਾ। ਠੀਕ ਹੋ ਗਿਆ ਜੀ। ਅੱਛਾ, ਇਹ ਤੁਸੀਂ ਇਹਦੇ ਬਾਰੇ 'ਚ ਤੁਸੀਂ ਡਾਕਟਰਾਂ ਕੋਲ ਮਜ਼ੀਦ ਮਸ਼ਵਰਾ ਲਿਆ ਕਿ ਯਾਨੀ ਕਿ ਜਾਨਵਰਾਂ ਵਾਸਤੇ ਜਿਹੜੇ ਖਾਸ ਤੌਰ ਤੇ ਦੁੱਧ ਵਾਲੇ ਜਾਨਵਰ, ਜੀ ਜੀ, ਕੋਈ ਪ੍ਰੋਬਲਮ ਤਾਂ ਨਹੀਂ? ਕੋਈ ਪ੍ਰੋਬਲਮ ਨਹੀਂ, ਉਹ ਕਹਿੰਦੇ ਇਹਨੂੰ ਇਨਸ਼ਾਅੱਲਾ ਇਸਤੇਮਾਲ ਕਰੋ। ਇਹ 10 ਤੋਂ 15 ਸਾਲ ਇਹ ਚੱਲਦਾ ਜੀ ਲਗਾਤਾਰ। ਇਹਨੂੰ ਬਾਰ-ਬਾਰ ਬੀਜਣ ਤੋਂ, ਕੱਟਣ ਤੋਂ, ਵੱਢਣ ਤੋਂ ਜਾਨ ਛੁੱਟ ਜਾਂਦੀ, ਯਾਨੀ ਇੱਕ ਵਾਰੀ ਕੱਟ ਲਓ ਤੇ ਅਲਹਮਦੁਲਿਲਾ ਇਹਨੂੰ 12 ਸਾਲ 15 ਸਾਲ ਵੱਢੀ ਜਾਓ ਅਲਹਮਦੁਲਿਲਾ। ਮਤਲਬ ਕਿ ਇਹਨੂੰ ਸਿਰਫ ਇੱਕ ਦਫਾ ਕਾਸ਼ਤ ਕਰਨਾ ਹੈ? ਇੱਕ ਦਫਾ ਕਾਸ਼ਤ ਕਰਨਾ ਤੇ 15 ਤੋਂ 20 ਸਾਲ ਇਹਦੀ ਯਾਨੀ ਤੁਸੀਂ ਕਟਾਈ ਕਰ ਸਕਦੇ ਆ, ਇਸੇ ਦੇ ਉੱਪਰ ਹੀ? ਇਸੇ ਉੱਪਰ ਯਾਨੀ।
ਜ਼ਿੰਦਾਬਾਦ। ਇਹ ਤਾਂ ਫਿਰ ਮਾਸ਼ਾਅੱਲਾ ਬਹੁਤ ਅੱਛੀ ਚੀਜ਼ ਹੈ ਜੀ। ਇਹ ਤਾਂ ਫਿਰ ਸਾਡੇ ਦੋਸਤਾਂ ਨੂੰ ਆਮ ਜਿਹੜਾ ਇਸ ਸਾਈਡ ਤੇ ਆਣਾ ਚਾਹੀਦਾ ਜੀ ਹੁਣ ਕਿਉਂਕਿ ਇਹਦੇ ਤੇ ਤਾਂ ਖਰਚਾ ਹੀ ਕੁਝ ਨਹੀਂ। ਇਹ ਸਰ ਜੀ ਬਿਹਤਰੀਨ ਅੱਗੇ ਸੈਲਜ ਨਹੀਂ ਸਰ ਮਤਲਬ ਫਾਰਮਰ ਬਹੁਤ ਪਰੇਸ਼ਾਨ ਹੁੰਦਾ ਸੀ, ਯਾਨੀ ਅੱਲਾ ਨਾ ਕਰੇ ਕੋਈ ਮਸਲਾ ਬਣਦਾ, ਮੌਸਮ ਦਾ ਕੋਈ ਸੂਰਤ-ਹਾਲ ਬਣਦੀ ਹੈ ਤੇ 100 ਜਾਨਵਰ ਨੂੰ ਅਸੀਂ ਕਿੱਦਾਂ ਰਜਾਵਾਂਗੇ, ਯਾਨੀ ਹੁਣ ਸਾਡੇ ਕੋਲ ਸੈਲਜ ਬਣ ਗਿਆ ਤੇ ਸਾਨੂੰ ਥੋੜਾ ਜਿਹਾ ਮਤਲਬ ਸਹੂਲਤ ਹੋ ਗਈ, ਯਾਨੀ ਹੁਣ ਇਹ ਚਾਰੇ ਦਾ ਵੀ ਉਹੀ ਹਿਸਾਬ ਹੈ ਇਨਸ਼ਾਅੱਲਾ ਵੀ ਜਿਹੜਾ ਨਾ ਐਵਰੇਜ ਇਹਦੀ ਵਜ਼ਨ ਕਾਫੀ ਨਿਕਲਦਾ ਇਨਸ਼ਾਅੱਲਾ। ਠੀਕ ਹੈ। ਤੇ ਜਾਨਵਰਾਂ ਦੀ ਪੇਟ ਭਰਾਈ ਵਾਸਤੇ ਜਾਨਵਰ ਦੀ ਪ੍ਰੋਟੀਨ ਇਹਦੇ ਵਿੱਚ ਅੱਛੀ, ਯਾਨੀ ਤੇ ਬਿਹਤਰੀਨ ਗਜ਼ਾਈਅਤ ਹੈ ਅਲਹਮਦੁਲਿਲਾ। ਅਸ਼ਰਫ ਭਾਈ ਸਾਡੇ ਦੋਸਤਾਂ ਨੂੰ ਖਾਸ ਤੌਰ ਤੇ ਜਿਹੜੇ ਜ਼ਿਮੀਂਦਾਰ ਦੋਸਤ ਹੈ ਔਰ ਫਾਰਮਰ ਜਿਹੜੇ ਹੈ ਸਾਡੇ, ਉਹਨਾਂ ਨੂੰ ਤੁਸੀਂ ਕੀ ਮਸ਼ਵਰਾ ਦਿਓਗੇ? ਸਰ ਜੀ ਖਾਦਾਂ ਤੇ ਸਪਰੇਆਂ ਇੰਨੀਆਂ ਮਹਿੰਗੀਆਂ ਹੋ ਗਈਆਂ ਕਿ ਅਸੀਂ ਹਰ ਫਸਲ ਨੂੰ ਚੁੱਕ ਕੇ ਖਾਦਾਂ ਉਹ ਤੇ ਪਾਣੀ ਡੀਜ਼ਲ ਮਹਿੰਗਾ ਹੋ ਗਿਆ, ਹਰ ਸ਼ੈ ਦੇ ਖਰਚੇ ਵੱਧ ਗਏ, ਯਾਨੀ ਤੇ ਅਸੀਂ ਜਾਨਵਰਾਂ ਦੇ ਚਾਰੇ ਜਿਹੜੇ ਨਾ ਸਾਨੂੰ ਬਹੁਤ ਮਹਿੰਗੇ ਪੈਂਦੇ ਆ। ਉਹਨਾਂ ਦੇ ਮੁਤਬਦਲ ਇਹ ਹੈ ਵੀ ਨੇਪਰ ਗਰਾਸ ਇੱਕ ਐਸਾ ਚਾਰਾ ਹੈ ਜਿਹਨੂੰ ਅਸੀਂ ਮਤਲਬ ਥੋੜਾ ਜਿਹਾ ਖਰਚਾ ਕਰਕੇ ਇਹਦੀ ਮਤਲਬ ਵਜ਼ਨ ਵੀ ਕਾਫੀ ਹੈ ਤੇ ਜਾਨਵਰਾਂ ਦੇ ਵਾਸਤੇ ਫਾਰਮ ਵਾਸਤੇ ਯਾਨੀ ਅਲਹਮਦੁਲਿਲਾ ਬਿਹਤਰੀਨ ਹੈ, ਯਾਨੀ ਇਹ ਚਾਰਾ ਤੇ ਇਹਦਾ ਖਰਚਾ ਬਹੁਤ ਮੁਨਾਸਬ ਹੈ, ਯਾਨੀ ਬਾਰ-ਬਾਰ ਗੱਡਣ ਤੋਂ ਇਹਦੀ ਜਾਨ ਛੁੱਟ ਜਾਂਦੀ ਹੈ। ਸਪਰੇਵਾਂ ਖਾਦਾਂ ਤੋਂ ਇਹਨੂੰ ਅਲਹਮਦੁਲਿਲਾ ਕੋਈ ਕੀੜਾ ਸੁੰਡੀ ਨਹੀਂ ਲੱਗਦਾ ਇਹਨੂੰ। ਅਸ਼ਰਫ ਭਾਈ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਜਿਹੜਾ ਨੇਪਰ ਗਰਾਸ ਬਾਰੇ ਜਿਹੜਾ ਇਹ ਮੁਫੀਦ ਮਾਲੂਮਾਤ ਦਿੱਤੀ। ਜੀ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ ਜੀ। ਅਸਲਾਮੁਅਲੈਕੁਮ। ਵਾਲੇਕੁਮ ਸਲਾਮ ਜੀ।